ਇੱਕ ਮੇਰਾ ਦੋਸਤ ਹੈ ਉਹ ਕੈਨੇਡਾ ਰਹਿੰਦਾ, ਬੁੱਢਾ ਬੰਦਾ, ਤੇ ਉਹ ਪਹਿਲੇ ਮਰਜਾਈ ਸੀ ਤੇ ਇੱਧਰ ਦੇ ਹੈ ਸਾਡੇ ਇਲਾਕੇ ਦੇ ਗੁਜਰਾਤ ਦੇ। ਤੇ ਕਹਿੰਦਾ ਪਰਾਡ ਬੰਦ ਕਰ ਦਿੱਤੀ ਸੀ, ਅਸਲ 'ਚ ਨਾ ਮਸ਼ੀਨਾਂ ਗਰਮ ਹੋ ਗਈਆਂ ਸਨ ਮਸ਼ੀਨਾਂ ਗਰਮ ਹੋ ਗਈਆਂ ਸਨ ਤੇ ਫਿਰ ਪਰਾਡ ਬੰਦ ਕਰ ਦਿੱਤੀ, ਯਾਨੀ ਕਿ ਗਾਲੋ ਗਾਲ ਹੋ ਗਏ ਸੀ ਸਲਮਾਨ ਮਰਜਾਈ। अस्सलाम वालेकुम रहमतुल्लाह जी। अमर भाई हदीस की पहले मनु भी नहीं समझ आई कि हदीस की बात हो रही है। जो ऊपर क्लिप इरफान भाई ने भेजा सी ना कि वो मिर्जा साहब कह रहे सी, पता नहीं हिशाम लाई साहब नूं कि इब्तिसाम लाई साहब नूं कि तुसीं ये हदीस बयान नहीं अपने मैंबर तो करो ਜਿਹੜੀ ਆਇਤ ਮੋਬਾਈਲ ਵਾਲੀ, ਉਹ ਤਾਂ ਮੈਨੂੰ ਨਹੀਂ ਲਮੋਣਾ ਕੀਤੀ ਕਿ ਨਹੀਂ। ਉਹ ਤੇ ਮੋਬਾਈਲ ਦਾ ਚੈਲੰਜ ਦੇ ਰਹੇ ਨੇ ਸ਼ੁਰੂ ਤੋਂ, ਉਹ ਤੇ ਚੈਲੰਜ ਕਿਸੇ ਕਬੂਲ ਨਹੀਂ ਕੀਤਾ। ਪਹਿਲੇ ਤੇ ਉਹ ਚੈਲੰਜ ਕਬੂਲ ਕਰੋ ਉਹਨੂੰ ਮੋਬਾਈਲ ਦਾ, ਫਿਰ ਹਦੀਸ ਬਿਆਨ ਉਹਨਾਂ ਕੀਤੀ ਹੈ ਜਾਂ ਨਹੀਂ। ਸਾਡੇ ਮੈਨੂੰ ਤੇ ਇਸ ਗੱਲ ਦਾ 20-25 ਸਾਲ ਪਹਿਲਾਂ ਪਤਾ ਹੈ ਆਇਤ ਮੋਬਾਈਲ ਦਾ ਔਰ ਹਦੀਸ ਦਾ ਵੀ ਅਲਹਮਦੁਲਿਲਾ ਮਫਹੂਮ ਵੀ ਸਹੀ, ਅੱਲਾਹ ਪਾਕ ਦਾ ਫਜ਼ਲ ਹੈ ਅਲਹਮਦੁਲਿਲਾ। ਤੇ ਇਹ ਮੈਂ ਅਬੂ ਯਹਯਾ ਨੂਰਪੁਰੀ ਸਾਹਿਬ ਦਾ ਕਲਿੱਪ ਉਹਦੀ ਕੁਰਾਨ ਦੀ ਆਇਤ ਹੋਈ ਔਰ ਹਦੀਸ ਵੀ ਉਹਨਾਂ ਬਿਆਨ ਕੀਤੀ। ਇਹਦੇ 'ਚ ਕੋਈ ਐਬ ਦੱਸੋ ਔਰ ਕੋਈ ਹਦੀਸ ਦੱਸੋ ਭਾਈ ਜਿਹੜੇ ਹਦੀਸ ਛੁਪਾਉਂਦੇ ਨੇ। ਅਲਹਮਦੁਲਿਲਾ ਐਸਾ ਮੁਮਕਿਨ ਹੀ ਨਹੀਂ ਹੈ ਵੀ, ਅੱਲਾਹ ਪਾਕ ਦਾ ਫਜ਼ਲ ਹੈ। ਵੈਸੇ ਕਈ ਵਾਰੀ ਬਿਆਨ ਕਰਦੇ ਆ ਕੋਈ ਚੀਜ਼, ਉਹ ਤੇ ਮੁਹੱਦਿਸੀਨ ਨੇ ਵੀ ਇੱਕ ਹਦੀਸ ਤੋਂ ਕਿੰਨੇ ਮਸਾਇਲ ਅਖਜ਼ ਕੀਤੇ ਨੇ। ਕਿਸੇ ਜਗ੍ਹਾ ਤੇ ਹਦੀਸ ਦਾ ਛੋਟਾ ਟੁਕੜਾ ਲਿਆਂਦਾ, ਕਿਸੇ ਜਗ੍ਹਾ ਤੇ ਪੂਰੀ ਲਿਆਂਦੀ ਹੈ। ਇਹਦੇ ਵਿੱਚ ਕੋਈ ਹਰਜ ਨਹੀਂ, ਮਸਲਾ ਅਖਜ਼ ਕਰਨੇ ਵਾਸਤੇ ਉਹਨੂੰ ਮੁਖਤਸਰ ਕਰਨੇ ਵਿੱਚ ਕੋਈ ਹਰਜ ਨਹੀਂ। ਲੇਕਿਨ ਕੋਈ ਇਹਨੂੰ ਛੱਡੋ ਤੁਸੀਂ ਤੇ ਆ ਮਿਰਜ਼ੇ ਦਾ ਟਾਪਕ ਖੋਲੋ, ਗੱਲ ਕਰੋ, ਫਿਰ ਮੈਂ ਖਾਣਾ ਖਾ ਲਾਂ। ਆਪਸ ਵਿੱਚ ਲੱਗੇ ਸੀ ਆਵਾਜ਼ ਡਬਲ, ਤੁਸੀਂ ਮਸਲਾ ਕੀ ਆਵਾਜ਼ ਡਬਲ ਹੋ ਰਹੀ, ਮੈਂ ਮਿਊਟ ਕਰ ਦਾਂ। ਆਹੋ ਕਰ ਦੇ ਮਿਊਟ, ਤੁਹਾਡੀ ਮਿਹਰਬਾਨੀ, ਸ਼ੁਕਰ ਹੈ, ਕੋਈ ਸਕੂਨ ਹੋ ਗਿਆ ਸਾਨੂੰ। ਅੱਛਾ ਜੀ, ਮੌਲਵੀ ਗੰਡਾਸਾ ਸਾਹਿਬ ਵੀ ਬੈਠੇ ਨੇ, ਅਮਰ ਨਜ਼ੀਰ ਭਾਈ ਵੀ ਬੈਠੇ ਨੇ। ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਜੋ ਨਵੇਂ ਸ਼ਰੀਅਤ ਘੜੀ ਹੈ ਨਾ, ਇਹ ਟੌਪਿਕ ਕੋਈ 4 ਦਿਨ ਚਲਾਓ ਕਿ ਨਵੀਆਂ ਚੀਜ਼ਾਂ ਜੋ ਇਹਨੇ ਸ਼ਰੀਅਤ ਦੇ ਖਿਲਾਫ ਤੇ ਆਪਣੀ ਨਵੀਆਂ ਸ਼ਰੀਅਤਾਂ ਘੜ ਕੇ ਤੇ ਜੋ ਵੀ ਚੀਜ਼ਾਂ, ਕੋਈ ਚੰਦਾ ਹੋਏ, ਕੋਈ ਬਸ਼ਤੀ ਮਕਬਰਾ ਹੋਏ, ਕੋਈ ਜਿਹਾਦ ਨੂੰ ਹਰਾਮ ਕਰਾਰ ਦਿੱਤਾ, ਕੁਝ ਵੀ, ਉਹਦੇ ਤੇ ਚੰਦ ਕੁ ਦਿਨ ਜਿਹੜਾ ਨਾ ਸਾਰੀਆਂ ਬਰਾਡਾਂ ਤੇ ਗੁਫ਼ਤਗੂ ਚੱਲੇ ਲਗਾਤਾਰ। आमर नज़ीर एक फ़ितना और जाहल इंसान है, खुदा इस तरह के लोगों को ज़िल्लत की मौत दे। ना गलत लिखे काका, ना गलत लिखता, बाकी तो ठीक है कम। वो जड़ा फितना ते जाहल इंसान ते ज़िल्लत दी मौत, ये तीनों काम हो चुके ने पहले ही, माजी गुजर चुके ने। अपना मुतालिया थोड़ा जिहा वसी करो ते कुएं दे डड्डू ना बनो। ਜਿਹੜੇ ਕੁएं 'ਚ ਰਹਿੰਦੇ ਹੋ ਉਸ ਤੋਂ ਬਾਹਰ ਨਿਕਲ ਕੇ ਅਖਬਾਰਾਂ ਕੋਈ ਟੀਵੀ ਦੇ ਵਿੱਚ ਨਿਊਜ਼ ਵੇਖ ਲਈ, ਕੋਈ ਹਿਸਟਰੀ ਦੀ ਕਿਤਾਬ ਪੜ੍ਹ ਰਹੀ, ਕੋਈ ਵੈਬਸਾਈਟ ਖੋਲ੍ਹ ਕੇ ਵੇਖ ਲਈ, ਕੋਈ ਗੂਗਲ ਖੋਲ੍ਹ ਲਿਆ, ਉੱਤੇ ਲਿਖ ਲਿਆ ਦ ਪਰਸਨ ਹੂ ਡਾਈਡ ਇਨ ਦ ਟੋਇਲਟ। ਇਸ ਤਰੀਕੇ ਰਿਸਰਚ ਮਾਰਿਆ ਕਰੋ ਤੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਕੰਮ ਤੇ ਮਾਜ਼ੀ ਦੇ ਵਿੱਚ ਹੋ ਚੁੱਕਿਆ, ਤੁਸੀਂ ਹੁਣ ਪਹਿਲਾਂ ਲੱਭਦੇ ਹੋ। ਦੁਨੀਆ ਚੰਦ 'ਤੇ ਪਹੁੰਚੀ ਆ, ਤੁਸੀਂ ਹਲੇ ਵੀ ਇੱਥੇ ਹੀ ਫਿਰਦੇ ਹੋ ਥੱਲੇ। ਕੋਈ ਆਪਣੇ ਆਪ ਨੂੰ ਅਪਡੇਟ ਕਰੋ ਜ਼ਮਾਨੇ ਦੇ ਹਿਸਾਬ ਨਾਲ। ਮਰਜ਼ਈਓ ਕੀ ਹੋ ਗਿਆ ਤੁਹਾਨੂੰ? जी मौलवी साहब क्या फरमा रहे हो तुसी? मैं ये फरमा रहा कि कुछ दिन मिर्जा गुलाम कादिर ਜਿਹੜੀ ਨਵੀਂ ਚੀਜ਼ਾਂ ਨਵੀਂ ਸ਼ਰੀਅਤ ਘੜੀ ਹੈ ਨਾ, ਘੜ ਕੇ ਮਰਜ਼ਈਆਂ ਨੂੰ ਦਿੱਤੀ ਹੈ ਤੇ ਗੁਫ਼ਤਗੂ ਚੱਲੇ ਸਾਰੀਆਂ ਮਰਾਡਾਂ ਤੇ। चलनी चाहिए, ये बिल्कुल ज़्यादा बेहतरीन चीज़ है। ਆਹੋ, ਇਹ ਕਿਉਂਕਿ ਇਹ ਮਤਲਬ ਕਿ ਇਹਨਾਂ ਨੇ ਲੋਲੀਪੌਪ ਹੀ ਦਿੱਤਾ ਹੁੰਦਾ ਕਿ ਮਿਰਜ਼ਾ ਕਿਹੜਾ ਕੋਈ ਨਵੀਂ ਸ਼ਰੀਅਤ ਲੈ ਕੇ ਆਇਆ, ਕੋਈ ਦੀਨ ਦੇ ਵਿੱਚ ਉਹਨੇ ਕਮੀ ਪੇਸ਼ੀ किसी चीज हराम ज़्यादा हराम करार देता, सीधी गल है, मनसूख करार देता, सीधी गल है। कुरान तो कहता कोते वाला एक मुल्क तारे तो क़यामत तक जारी रहना है। हाँ जी बिल्कुल। कुरान कहता जहाज तुहाडे ते फर्ज कर दिता गया, ये कहता हराम करार दे दिता गया। ਆਹੋ, ਉਹ ਵੀ ਕਹਿੰਦਾ ਜੀ ਇਲਹਾਮ ਇਲਾਹੀ ਸੇ ਹਰਾਮ ਕੀਆ ਗਿਆ। ਉਹ ਕਿਹੜਾ ਇਲਹਾਮ ਇਲਾਹੀ ਜਿਹੜਾ ਹੋ ਗਿਆ ਤੈਨੂੰ, ਜਿਹੜਾ ਕੁਰਾਨ ਦੇ ਸਰੀਹ ਖਿਲਾਫ? ਕੁਰਾਨ ਕਹਿੰਦਾ ਫਰਜ਼ ਆ, ਇਹ ਕਹਿੰਦਾ ਹਰਾਮ ਆ, ਤੇ ਉੱਤੋਂ ਕਹਿੰਦਾ ਇਲਹਾਮ ਇਲਾਹੀ।
ਇਸ ਇਲਹਾਮ ਨਾਲ ਵੀ ਇਹ ਇਲਹਾਮ ਲਾਈ ਵਾਲੀ ਗੱਲ ਮੇਰੇ ਇਲਮ ਵਿੱਚ ਨਹੀਂ ਕਿ ਇਲਹਾਮ ਲਾਈ ਕਿਤੇ ਵੀ ਇਹਨੂੰ ਪਰਖਣਾ ਫਿਰ ਇਸੇ ਲਿਖਿਆ ਸੀ ਉਧਰ ਮੈਂ पढ़ रहा सी कि मैं कुरान को इल्हाम को कुरान पर पेश करता हूँ किहड़ी आयत पेश करके हराम करार देता है कुरान तो सीधा फर्जियत दा करार देता हुक्म देता फर्ज कर देता गया नहीं वो जड़ा कहंदा ना खुदा के हुक्म से तो इल्हाम वही दस रहा ना। अच्छा रख लेने इस मौजूद को दी प्रॉब्लम है। ਆਹੋ ਅਮਰ ਭਾਈ ਆਂਦੇ ਨੇ ਤੇ ਇਹਦੇ ਤੇ ਕੋਈ ਅੱਜ ਇੱਕ ਟੌਪਿਕ ਜਿਹੜਾ ਵਾ ਛੇੜੋ ਤੇ ਉਹਦੇ ਤੇ ਗੱਲ ਕਰੋ। ਆ ਤੈਨੂੰ ਮੈਂ ਇੱਕ ਹਵਾਲਾ ਭੇਜਦਾ ਐਸੇ ਹੀ ਹਾਈਲਾਈਟ ਕਰਕੇ ਲਾ ਪਹਿਲੇ ਸਾਰ। ਉਹ ਅੱਜ ਕੱਲ ਅਮਰ ਨਜ਼ੀਰ ਭਾਈ ਉਹ ਡਾਢਾ ਹੀ ਵੱਡਾ ਹੋਇਆ ਫਿਰਦਾ ਵਾ ਤੇ ਇਹ ਸਾਡੀ ਸਕਰੀਨ ਨਹੀਂ ਵੱਡੀ ਹੁੰਦੀ ਇੱਥੇ। ਇਹ ਤਾਂ ਵੇਖ ਨਾ ਸਾਰੇ 8 ਦੇ 8 ਬੰਦਿਆਂ ਨਾਲੋਂ ਵੱਡਾ ਹੋ ਗਿਆ। ਖਾਲਸਾ ਸਾਹਿਬ ਕਿਹੜੀ ਗੱਲ ਤੋਂ ਜੈਲਸ? ਅਮਰ ਨਜ਼ੀਰ ਭਾਈ ਵੱਡਾ ਹੋ ਗਿਆ? ਨਹੀਂ ਭਾਈ ਇਹ ਤੇ ਫਿਤਰਤੀ ਜੈਲਸੀ ਆ ਨਾ, ਇਹ ਤਾਂ ਨਹੀਂ ਨਾ ਉਹਦੀ ਸਕਰੀਨ ਵੱਡੀ ਹੋਵੇ ਮੇਰੀ ਥੱਲੇ ਨਿੱਕੀ ਜਿਹੀ ਹੋਏ ਇਹ ਭਲਾ ਬਰਦਾਸ਼ਤ ਹੋ ਸਕਦਾ? ਇਹ ਨਹੀਂ ਬਰਦਾਸ਼ਤ ਹੋਣਾ ਭਾਈ। ਤੂੰ ਕੰਮ ਕਰਨਾ ਆਪਣਾ ਕੇ ਨਾਮ ਉਸਲਾ ਮਾਮਦੀਨ ਅੱਲਾ ਫੇਰੋ ਯਾਰ ਸੁਣੋ ਉਹ ਯਾਰ ਸੁਣ ਤੂੰ ਮਾਮਦੀਨ ਦਾ ਕੰਮ ਕਰਨਾ ਫਿਰ ਵੀ ਬੜਾ ਖਾ ਕੇ ਆਇਆ ਕਰ ਸੀ। ਵਾਹ ਵਾਹ ਅੱਛਾ ਵਾਹ ਭਾਈ ਮੁੰਡਾ ਤੇ ਸਾਡਾ ਐਕਸਪਰਟ ਹੋ ਗਿਆ ਭਾਈ, ਮੁੰਡਾ ਤੇ ਕਾਰੀਗਰ ਹੋ ਗਿਆ। ਵੇਖ ਉਹਨੇ ਕੰਪਿਊਟਰ ਦੀ ਸਕਰੀਨ ਅੱਗੇ ਕੱਢ ਮਾਰੀ। ਬਾਬਾ ਜਾਕੁਤ ਬਣਨਾ ਮੈਨੇ ਮੋੜ ਮੋੜ ਕੇ। ਅਮਰ ਭਾਈ ਮੌਜੂਦ ਹੋ? ਅਮਰ ਭਾਈ ਧਿਆਨ ਨਾਲ ਜਰਾ ਜਿਹੜਾ ਨਾ ਲੈਪਟਾਪ ਦੀ ਸਕਰੀਨ ਨਜ਼ਰ ਆ ਰਹੀ ਹੈ ਵਿੱਚ ਉਮਰ ਬਾਪ ਦੀਆਂ ਤਸਵੀਰਾਂ ਨਾ ਨਿਕਲ ਆਉਣ। ਨਾਲੇ ਨਜ਼ਰ ਕੋ ਨਹੀਂ ਪਿਆਣਾ ਸਿਰਫ ਇਸ ਮੁਹੰਮਦ ਲਿਖਿਆ ਪਿਆ ਨਾ ਤਲੇ ਕੋਈ ਸ਼ਾਇਦ ਪੜ੍ਹ ਨਹੀਂ ਹੋਣੀ ਇਸ ਰੰਗ ਚ ਲਾਈ ਦੇ। ਮੈਂ ਇੱਕ ਤਾਂ ਖਾਣਾ ਖਾ ਰਿਹਾ, ਦੂਜਾ ਮਾਈਕ ਮਿਊਟ ਕੀਤਾ, ਸ਼ੋਰ ਬੜਾ ਆਏਗਾ ਵਿੱਚ, ਤੁਸੀਂ ਗੱਲ ਕਰੋ ਮੈਂ ਸੁਣਨਾ ਪਾ ਤੁਹਾਡੀ ਗੱਲ। ਅਸੀਂ ਤਾਂ ਕਰ ਰਹੇ ਹਾਂ ਤਾਂ ਅੱਗੇ ਦੁਆਰੀ ਤੁਹਾਡੀ ਤੇ ਬੋਲ ਦਿਆ ਬਹਿਨ ਨਾਲ ਲੈਨ ਉਮਰ ਬਾਪ ਦਾ ਫਟਾਫਟ ਬੋਲ ਕੇ ਦੱਸਿਆ ਮੈਂ ਆਵਾਂ ਸੁਣਨਾ ਪਿਆ ਉਂਝ ਨਹੀਂ ਸੀ ਬੋਲਣਾ। ਉਹਨੇ ਮਾਈਕ ਬੰਦ ਕਰਕੇ ਤੇ ਹੱਸ ਰਿਹਾ ਹੋਣਾ ਬੈਠ ਕੇ। ਨਾਲੇ ਖਾਣਾ ਤਾਂ ਖਾਣਾ ਨਜ਼ੀਰ ਭਾਈ ਹੱਸਦਾ ਪਿਆ ਸੀ ਯਾਰ ਦੀ ਗੱਲ ਸੁਣਾ ਮੁੱਲਾ ਨਾ ਲੰਮੇ ਪੈਂਡੇ ਪਾਵਲ नज़ीर भाई उमर बाप दे आशिक सन बड़ा पुराना आशिक ही है। ਤਾਂ ਵਾਸਤੇ ਉਮਰ ਬਾਪ ਨੂੰ ਬਰਾੜ ਦੇ ਨਾਂ ਲੈਂਦੇ। ਬਸ ਇਹ ਆਸ਼ਕੀ ਹੁੰਦੀ ਹੈ ਨਾ। ਯਾਰ ਬਾਪ ਹੁਣ ਦੁਸ਼ਮਣੀ ਪੂਰੀ ਕਰ ਰਹੀ ਹੈ, ਦੁਸ਼ਮਣੀ ਤਾਂ ਪੂਰੀ ਕਰ ਰਹੀ ਹੈ। ਦੇਖੋ ਕੱਲ ਕਿਸ ਤਰ੍ਹਾਂ ਆਗੇ ਉਹਨੇ ਖਰਾਬ ਕੀਤਾ ਹਰ ਸ਼ਹਿਰ ਸਾਨੂੰ। ਇਸ ਪੋਸਟਰ ਦਰੁਸਤ ਕਰੋ ਨਾ, ਪੜਨ ਨਹੀਂ ਪਿਆ ਹੁੰਦਾ ਇਹ ਸਿਰਫ ਇਤਨਾ ਨਜ਼ਰ ਆਉਂਦਾ ਕਿ ਇਸ ਮਊ ਅਹਿਮਦ ਦੀ ਗੱਲ ਉੱਤੇ ਲਿਖੀ ਹੈ, ਬਾਕੀ ਤਲੇ ਕਲਰ ਕੋ ਡਾਰਕ ਕਰੋ ਥੋੜੀ ਜਿਹੀ ਤਾਂ ਗੱਲ ਪੜਨ ਹੋਵੇ। पोस्टर ते लिखो आयत लेके तले लिखो कि मैं खाना खा के सेट करना, तुसी गल करो, मैं खाना खा के सेट करना, 5 मिनट दे दो। ठीक है कोई मसला नहीं, हो गया जवाब आ गया यार। सुन भाई मैं शायद एक सवाल सोची है, सवाल ये कीता जुले कि ए पेशगोई नबी करीम दे
ਲਾਹੌਰ ਵਾਲੇ ਪੂਰੀ ਹੋ ਗਈ ਜਾਂ ਨਹੀਂ ਹੋਈ, ਸਵਾਲ ਇਹ ਹੋਣਾ ਚਾਹੀਦਾ। ਇਸ ਆਇਤ ਉੱਤੇ ਇਹ ਪੇਸ਼ਗੋਈ ਪੂਰੀ ਹੋ ਗਈ ਜਾਂ ਨਹੀਂ ਹੋਈ। ਇੱਕ ਰੰਗ ਚ ਪੂਰੀ ਹੋ ਗਈ, ਇੱਕ ਰੰਗ ਚ ਨਹੀਂ ਹੋਈ। ਚਲੋ ਇਹ ਤਾਂ ਜਿਸ ਜਵਾਬ ਆਵੇਗਾ ਤਾਂ ਫਿਰ ਉਹ ਕਰਾਂਗੇ ਨਾ, ਫਿਰ ਤੋਂ ਤੁਹਾਨੂੰ ਦੱਸਾਂਗੇ ਉੱਥੇ ਅੱਗੇ ਕੀ ਹੁੰਦਾ ਕੀ ਹੈ ਇਸ ਨਾਲ। ਫਿਰ ਜਿਹੜੇ ਪੂਰੀ ਕਰਨ ਵਾਲੇ ਮੰਨਾਂਗੇ। ਮੈਨੂੰ ਆਪਣੇ ਮੌਲਵੀ ਦੀ ਸਮਝ ਨਹੀਂ ਆਉਂਦੀ ਕਿ ਕਰਦਾ ਕੀ ਪਿਆ ਅੱਜ ਕੱਲ੍ਹ। ਅੱਛਾ ਅਮਰ ਭਾਈ ਜਿਹੜੀ ਗੱਲ ਰਿਕਾਰਡ ਕਰਨੀ ਹੈ ਦੱਸਿਓ, ਰਿਕਾਰਡ ਕਰੀਏ ਫਿਰ ਮੈਂ ਰਿਕਾਰਡ ਮੈਂ ਕਰ ਲਾਂ, ਠੀਕ ਹੈ? ਮੈਨੂੰ ਦੱਸਿਓ ਜਿਹੜੀ ਕੱਲ ਰਿਕਾਰਡ ਕਰਨੇ ਵਾਲੀ ਹੈ। ਰਿਕਾਰਡ ਤੇ ਗੱਲ ਜਾਏਗੀ, ਦੱਸਾਂਗੇ ਰਿਕਾਰਡਿੰਗ ਕਰ ਲੈਣੀ ਹੈ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। पहले तो खालिद साहब वो आज की कह रहे आए उत्थे हुसैनी दी बराड़ ते कि ਤੁਹਾਡੇ ਨਾਲ ਜ਼ਿਆਦਤੀ ਹੋਈ ਹੈ, ਤੁਹਾਡਾ ਕੰਮ ਹੈ ਫਿਰ ਜਾ ਕੇ ਰਿਵਿਊ ਜਨਾਬ ਲਈ ਲੈਣਾ। ਆਹ ਲੋਰੀਆਂ ਮੈਂ ਕਹਿ ਰਿਹਾ ਸੀ, ਮੈਂ ਕਿਹਾ ਤੁਹਾਡੇ ਨਾਲ ਜ਼ਿਆਦਤੀ ਹੋਈ ਹੈ, ਗਾਦਰ ਵੀ ਲਵੋ, ਉਹ ਆਪਣੀ ਲਾਬੀ ਸ਼ਾਬੀ ਕਰੋ, ਉਹ ਤੁਹਾਨੂੰ ਨਾਲ ਜ਼ਿਆਦਤੀ ਹੋਈ ਹੈ, ਤੁਸੀਂ ਜਾਓ, ਤੁਸੀਂ ਕਿਹੜਾ ਨਬੀ ਰਸੂਲ ਮੰਨਦੇ ਹੋ ਤੇ ਤੁਹਾਡੇ ਨਾਲ ਜ਼ਿਆਦਤੀ ਜਾ ਕੇ ਤੁਸੀਂ ਕਰੋ ਲਾਬੀ ਸ਼ਾਬੀ। ਦੇਖੋ ਹੁਣ ਕੀ ਕਰਦੇ ਨੇ। तो उन्होंने मेरा ख्याल है फिर तो काफिर ਮੈਂ ਕਿਹਾ ਨਹੀਂ, ਤੁਹਾਨੂੰ ਕਾਫਰ ਨਹੀਂ ਕਹਿਣਾ ਚਾਹੀਦਾ, ਤੁਹਾਡੇ ਨਾਲ ਹੋਈ ਹੈ ਜ਼ਿਆਦਤੀ ਐ ਲੋਰੀਓ, ਤੇ ਤੁਸੀਂ ਇੰਝ ਕਰੋ ਲਾਬਿੰਗ ਕਰੋ ਨਾ, ਜਿਕਣ ਉਹ ਕਰਦੇ ਨੇ ਯਹੂਦੀ ਕਰਦੇ ਨੇ ਨਾ ਲਾਬਿੰਗ ਅਮਰੀਕਾ, ਤੁਸੀਂ ਕੋਈ ਲਾਬਿੰਗ ਕਰੋ, ਕੋਈ ਪਾਰਲੀਮੈਂਟ ਜਾਵੋ, ਦੁਬਾਰਾ ਕੋਈ ਡਿਬੇਟ ਕਰੋ, ਕੋਈ ਬੰਦਾ ਚਾਹੁੰਦਾ ਕਹਿੰਦੇ ਨਹੀਂ ਸਾਡੇ ਬੰਦੇ ਤੇ ਗਏ ਲੇਕਿਨ ਉਹਨਾਂ ਸਾਡੀ ਮੰਨੀ ਨਹੀਂ, ਮੈਂ ਫਿਰ ਗੱਲ ਮੁੱਕ ਗਈ, ਪਿੱਛੇ ਕੀ ਰਿਹਾ ਫਿਰ। ਉੱਤੋਂ ਫਿਰ ਉਹ ਜਿਹੜਾ ਘੁੰਮਣ ਹੈ ਉਹ ਵੀ ਚੰਗਾ ਬੋਲਿਆ ਦਾਊਦ ਘੁੰਮਣ, ਉਹਨੇ ਸਹੀ ਰਗੜਾ ਲਾਇਆ ਕਿ ਫਿਰ ਜਮਾ ਗਰੁੱਪ, ਮੈਨੂੰ ਨਹੀਂ ਪਤਾ ਜਮਾ ਗਰੁੱਪ ਹੈ, ਤੂੰ ਉਹਨੇ ਆਖਿਆ ਜਿਹੜੀ ਸ਼ਰਤ ਤੇ ਤੁਸੀਂ ਮੁਸਲਮਾਨਾਂ ਨੇ ਆਪਣੀ ਪਾਰਲੀਮੈਂਟ ਜਵਾਈ ਇਹਨਾਂ ਦੇ ਇਸਲਾਮੀ ਕਾਇਦ ਠੀਕ ਨੇ, ਇਹ ਕਾਫਰ ਨੇ, ਤੇ ਉਸੇ ਇਸਲਾਮੀ ਕਾਇਦ ਦੇ ਇਲਜ਼ਾਮ ਤੁਸੀਂ ਸਾਡੇ ਤੇ ਲਾ ਕੇ ਤੇ ਜਮਾਤ ਦੇ ਨਿਜ਼ਾਮ ਤੋਂ ਖਾਰਜ ਕੀਤਾ, ਤੇ ਤੁਹਾਡੇ ਤੋਂ ਉਹਨਾਂ 'ਚ ਫਰਕ ਹੀ ਰਿਹਾ। ਗੱਲ ਤੇ ਉਹਨੇ ਠੀਕ ਕੀਤੀ, ਅੱਗੋਂ ਫਿਰ ਉਹ ਕਦੀ ਇੱਕ ਇੱਧਰ ਦੀ ਮਾਰੇ ਇੱਕ ਉੱਧਰ ਦੀ ਮਾਰੇ, ਉਹਨਾਂ ਕੋਲ ਗੱਲ ਹੀ ਨਹੀਂ ਆਉਂਦੀ, ਉਹਨੇ ਸਹੀ ਕਰਿਆ ਉਹਨਾਂ ਨੂੰ। ਹੁਸੈਨੀ ਦੀ ਜਿਹੜਾ ਨਾ ਬਰੋਡ ਉਹਦੇ ਤੇ ਮਜ਼ਾ ਬੜਾ ਆਉਂਦਾ, ਉਹ ਤੇ ਰੰਗ ਬਰੰਗਿਆ ਆਉਂਦਾ ਨਾ, ਬੰਦਾ ਯਕੀਨ ਕਰੋ ਹਰ ਬੰਦੇ ਦਾ ਆਪਣਾ ਆਪਣਾ ਹੀ ਤਰੀਕਾ ਅਕੀਦਾ ਤਾਂ ਆਪਣੀ ਆਪਣੀ ਗੱਲ ਲੱਭਦੀ ਹੈ। ਉਹ ਹੁਸੈਨੀ ਮੱਠਾ ਹੋ ਗਏ, ਉਹਨਾਂ ਨੂੰ ਚੁੱਪ ਕਰਕੇ ਕਹਿੰਦਾ ਲੱਗੇ ਰਹੋ, ਤੇ ਉਹ ਦਾਊਦ ਨੇ ਉਹਨੇ ਸਹੀ ਪੁਆਇੰਟ ਵਾਲੀ ਗੱਲ ਕੀਤੀ ਹੈ, ਭਾਈ ਤੁਸੀਂ ਸਾਨੂੰ ਤੇ ਇਸਲਾਮੀ ਕਾਇਦ ਦੀ ਬੁਨਿਆਦ ਤੇ ਉੱਥੋਂ ਖਾਰਜ ਕੀਤਾ ਜਮਾਤ ਵਿੱਚ, ਦੱਸੋ ਕਿਹੜੇ ਇਸਲਾਮੀ ਕਾਇਦ ਜਿਹੜੇ ਸਾਡੇ ਖਿਲਾਫ ਨੇ। ਜੰਬਾ ਨੂੰ ਵੀ ਕੱਢਿਆ, ਤਾਰਿਕ ਚੌਹਾਨ ਨੂੰ ਕੱਢਿਆ, ਮੈਨੂੰ ਕਹਿੰਦਾ ਇੱਕ ਦਿਨ ਸਾਡੇ ਲੈਟਰ ਆਏ ਨੇ ਸਾਰਿਆਂ ਦੇ। ਲਓ ਜੀ ਮਿਰਜ਼ਾ ਗੁਲਾਮ ਕਾਦਰੀ ਦੀ ਗੱਲ ਸੁਣੋ ਜੀ। ਚੁੱਪ ਕਰ ਗਏ ਹੋ ਯਾ ਬਈ ਕੋਈ ਗੱਲ ਕਰਨ ਵਾਲੀ ਕਰੋ। ਹਾਂਜੀ ਮੈਂ ਗੱਲ ਕਰਨ ਵਾਲੀ ਕਰਨ ਲੱਗਾ ਜੀ, ਬੰਦਾ ਨਹੀਂ ਗਾ ਗੱਲ ਕਰਨ वाला तो गल ਕਰਨ वाली है। अच्छा जी, मिर्ज़ा गुलाम कादरी लिखता है तीसरी आदम से मुझे ये भी मुनासबत है कि आदम तवाम के तौर पर पैदा हुआ और मैं भी तवाम पैदा हुआ। चैक करना दो लाइनां दे विच किन्नियां किन्नियां खबासतां बलंडर झूठ ते की कुछ है। आदम तवाम पैदा के तौर पर पैदा हुआ और मैं भी तवाम पैदा हुआ। ये हज़रत आदम अलैहिस्सलातु वस्सलाम ते बहुत वड्डा मिर्ज़ा गुलाम अहमद कादरी दा झूठ ते बहतान। हज़रत आदम अलैहिस्सलातु वस्सलाम हरगिज़ तवाम पैदा नहीं हुए। तवाम कहते हैं जुड़वा को, वो जुड़वा पैदा नहीं हुए। हज़रत आदम अलैहिस्सलातु वस्सलाम को अकेले ही सबसे पहले अल्लाह ताला ने अपनी कुदरत कामला से पैदा फरमाया, वो हरगिज़ जुड़वा पैदा नहीं हुए। हज़रत अम्मा हव्वा को उनके बाद पैदा किया गया। अच्छा जी, तवाम के तौर पर पैदा हुआ और मैं भी तवाम पैदा हुआ। पहले लड़की पैदा हुई, बादा हूँ मैं।
ذرا غور کرنا. پہلے لڑکی پیدا ہوئی بعدہو میں. سوال یہ ہے میں ولد میں سوال یہ ہے کہ یہ لڑکی مر گئی تھی, اس کے مرنے کے بعد مرزا پیدا ہوا تھا. قادیانی جو کہتے ہیں کہ بعد سے مراد موت کے بعد ہوتا ہے, تو یہ ان سے پوچھنا ہے کہ بھئی یہ لڑکی جو پیدا ہوئی تھی یہ مر گئی تھی تو اس کے مرنے کے بعد مرزا پیدا ہوا تھا. جو کہتا ہے کہ پہلے لڑکی پیدا ہوئی بعدہو میں, یہاں پہ اس نے عربی کا لفظ لکھا ہوا ہے بعدہو, اردو والا نہیں ہے, بعدہو میں. اور بعیہما میں اپنے والد کے لیے خاتم الولد تھا, اپنے والد کے لیے خاتم الولد تھا, میرے بعد کوئی بچہ پیدا نہیں ہوا. یعنی خاتم الولد سے مراد مرزا غلام قادیانی کہہ رہا ہے کہ آخری بچہ میں ہی تھا, میرے بعد کوئی بچہ پیدا نہیں ہوا. قادیانی کہیں گے کہ اچھا جی, تو یہ تو مرزا صاحب جو ہے نا وہ اپنے گھر میں آخری بچے تھے نا, تو کیا اس کے بعد ماؤں نے بچے پیدا کرنے بند کر دیے؟ تو اس کا کیا جواب ہے جی؟ کیڑا مولوی جواب دے گا؟ مولوی یوسفی. جی ضیاء بھائی جواب دیو. وہ تانوں کہن گے بھی یہ کی اس تو بعد ماما نے بچے پیدا کرنے بند کر دیتے تھے. دیو یوسفی جواب دے ہوئے. ایک میں سوال ذرا دوبارہ دہراؤ, میں توجہ میں بچے کو سپارہ پڑھا رہا نہیں بچے نہیں جواب دے دیں ایک میں سوال کرو, میں دینا جواب. میں اچھا سوال یہ سی کہ پہلے کہ مرزا قادری کہتا ہے کہ میں والد کے لیے خاتم الولد تھا, میرے بعد کوئی بچہ پیدا نہیں ہوا. ہم مرزیوں سے کہیں کہ دیکھیں مرزا غلام قادری نے خود کو خاتم الولد کہا ہے اور ساتھ تشریح یہ کی ہے کہ میرے بعد کوئی بچہ پیدا نہیں ہوا. مرزی کہیں گے نہیں اس سے کیا یہ مطلب نکلتا ہے کہ بعد میں کسی ماں نے کوئی بچہ نہیں جنا ہوا یا بعد میں بچے پیدا ہونے بند ہو گئے؟ اس میں اس نے ذکر کیا ہوا نا کہ میرے والد کے گھر پہ میں اپنے والد کی آخری اولاد تھا, تو اس میں تو وہ مخصوص کر رہا ہے نا, اپنے وہ پوری دنیا کو تو نہیں بتا رہا, اپنے والد کی آخری اولاد تھا. آخری کا لفظ دکھائیں, یہ مرزیوں کا سوال ہوگا. نہیں یہ تو اس نے لکھا ہوا ہے نا کہ وہ بھی دکھا دیں, میرے بعد کوئی بچہ پیدا نہیں ہوا, تو وہ اپنے والد کی بات کر رہا ہے نا. ہاں ٹھیک ہے, بالکل صحیح ہے, یہ جواب بھی ٹھیک ہے آپ کا. اور دوسری بات یہ ہے کہ ان سے کہیں کہ بھائی نبی کریم نے بھی اسی طرح فرمایا تھا کہ میں نبوت کا خاتم الانبیاء ہوں. ہاں, اور دوسری بات یہ ہے ان سے کہیں کہ بھائی ہم بھی یہی کہتے ہیں کہ مرزا صاحب کے گھر میں اس کے بعد کوئی بچہ نہیں پیدا ہوا, لیکن باقی ماؤں نے تو بچہ پیدا کیے. لیکن جس طرح باقی بچے اب مرزا غلام قادیانی کے ابے کے بچے نہیں کہلائیں گے, اسی طرح نبی پاک صلی اللہ علیہ وسلم کے بعد نبوت کا دعویٰ کرنے والے خدا کے نبی نہیں کہلائیں گے, شیطان کے ہوں گے. گل تو اتنے آئی نا. غیر سوال تو ہوں آیا تھلے, والد تو مراد یہاں والد ہے ہی نہیں, جہل. والد سے مراد یہاں ولد نہیں ہے, بعد سے مراد بعد نہیں ہے, اور کیا ہے, بچے سے مراد بچہ نہیں ہے, بچے سے مراد بچہ نہیں ہے, ابے سے مراد ابا نہیں ہے, ابا نہیں ہے, بلکہ وہ بچہ واپس حیض ہو گیا ہے اور ابا واپس ابا کی ہوا اس کا رشتہ نہ ہونے کا باعث اس کا ابا تھا, سب ریحان تھے, ایسا ابا اس نے کہاں سے لبا تھا. اچھا جارسور بھائی, یہ طارق چوہان آج کل ایک کلام پڑھ رہا تھا مرزا قادیانی کا, بیوی پھر گئی, یہ اس نے خود کہیں تشریح کی ہے, کوئی نہیں کی ہے, کوئی پڑھا ہے اس بارے میں آپ نے؟ نہیں, میں نے تو یہ کلام نہیں پڑھا اس کا. نہیں, بیوی پھر گئی اس کو مرتد ہونا کہتے ہیں, میں روز تن پڑھ کے سنانا. یہ کس پر اس نے فرق کیا ہے؟ پہلی بیوی میں بھی نہیں پڑھیا, یہ انہوں نے لکھا ہے بیوی پھر گئی اس کو مرتد ہونا کہتے ہیں, یعنی بیوی کسی اور نال نس گئی تھی, مطلب مرتد ہو گئی. ہے مطلب چلیں گل کرنے والی کریا کرو نا,
بعدی खोलना फिर माइक में करा वुजू करा वुजू करा वुजू फिर तुझे तो वुजू दी मार नहीं है क्या उन्हें क्या बिलाल भाई खोलो माइक करो गल जी करनी बिलाल भाई पट्टो माइक नडा शहर है ना जगाओ सो कच्ची नींद ना जगाओ सो आज रात जागदा रहा ना सुते ये नडा कच्ची नींद ना जगाओ सोता है खालिद साहब मेरी आवाज़ आ रही है मैं क्या तुसी किसी जगह उत्ते मुनाजरा कर रहे सी ते मैनू किसी वीडियो कर ली है वो मुनाजरा दुरुस्त नहीं सी है हुण मेरे ज़हन च नहीं पिया आउंदा किहड़े मौजू तुसी गल पे करदे सी बराड़ करी है दसो बराड़ दसो केड़ी ब्राड भी नहीं याद मैनू चेक करना पैना है मोबाइल खोल के ना हुसैनी दी हो जी मैं तो उसको जाना ज़्यादा की गल कर रहे सी उत्ते तुसी पता नहीं पता ਸੈਂਡੀ ਸਾਹਿਬ ਦੀ ਬਰਾਡ ਹੀ ਆਈ ਥਿੰਕ ਤੁਸੀਂ ਕਰ ਰਹੇ ਹੋ ਫੇਵਰਟ 49 ਦੀ ਬਰਾਡ ਦੇ ਉੱਤੇ ਉਹਦੇ ਤੇ ਜਿਹੜਾ ਬਾਗੇ ਫਿਦਾ ਕਿਦਾ ਜਿਹੜਾ ਮਾਮਲਾ ਉਹਦੇ ਤੇ नहीं वो तो गल पुरानी होगी ए अज मैनू इसे वीडियो टोरी है ਇਹ ਮੰਨਿਆ ए हुण दोबारा तुहाडी कोई गल समझते हुई है बागे फिर तक वगैरह तो मौजू ते हाँ सॉरी एक मिनट परसों एक बंदे ने की थी और 2 मिनट हुई तो फिर वो खत्म हो गया हाँ देखो ना मैं याद कर रहा हूँ कि अपना घर से खत्म नहीं ਉਹ ਗੱਲ ਗਲਤ ਹੋ ਰਹੀ ਸੀ ਤੇ ਤੁਸੀਂ ਲੱਭੇ ਨਹੀਂ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ ਜਬ ਬਸ ਗੱਲ ਕਰ ਲਓ ਜਿਹੜੀ ਕਰਨੀ कोई कश्मीरी ਵਾਲੇਕੁਮ कोई तो कश्मीरी ना का बंदा हो नहीं कश्मीरी ਆਮਰ ਭਾਈ ਤੁਸੀਂ ਅੱਜ ਕਿੱਥੇ ਗਿਆ ਉਸ ਵਕਤ ਆ ਥੋੜਾ ਜਿਹਾ ਮਸਰੂਫ ਸੀ ਪਿਛਲੇ ਟਾਈਮ ਆ ਹੁਣ ਗਿਆ ਨਾ ਸੈਫੀ ਦੀ ਗਰਾਊਂਡ ਤੇ ਤੇ ਉੱਥੇ ਵਾਲਾ ਗੱਲ ਕੀਤੀ ਉਹਨੇ ਕਿ ਹਜ਼ਰਤ ਅਬੂ ਬਕਰ ਦੇ ਬਾਰੇ ਨਾ ਕਿ ਉਹ ਇਮਾਨ ਲੈ ਕੇ ਆਏ ਤੇ ਉਹਨਾਂ ਨਬੀ ਪਾਕ ਨੇ ਜੋ ਜੋ ਆਖਿਆ ਇੱਕ ਇੱਕ ਗੱਲ ਉਹਨਾਂ ਨੂੰ ਠੀਕ ਹੈ ਮੈਂ ਕਿਹਾ ਜੀ ਨਬੀ ਪਾਕ ਨੇ 40 ਸਾਲ ਤੇ ਆਪਣਾ ਪੂਰਾ ਬਣਵਾਇਆ यानी कि कोनो करार दे सच्चे सन सादक सन जमीन सन ते मिर्जा साहब दी किरदार ते फिर पहला गल वो किरदार ते गल कीती सु उन्होंने अहले हदीस अखबार दा ना एक टोटा लाता मेरे सामने ठीक है जी इत्थे वेखो कह रहे ने मिर्जा साहब नेक और जन थे मैं अजे हवाला लाया उन्हां ਜਿਹਦੇ ਚ ਮਿਰਜ਼ਾ ਸਾਹਿਬ ਦਾਦੇ ਦੀ ਪੈਨਸ਼ਨ ਲੈ ਕੇ ਗਏ ਸਰ ਠੀਕ ਹੈ ਤੇ ਹੁਣ ਉਹਦੇ ਤੇ ਜਿਹੜਾ ਕਰ ਰਿਹਾ ਆਦਾ ਫਿਰ ਉਹਦੇ ਸਾਬਤ ਕਰਕੇ ਚੋਰੀ ਕਿੱਥੇ ਹੋਈ ਚੋਰੀ ਕਿਵੇਂ ਕੀਤੀ ਇਹਦੇ ਦੋ ਕੋ ਦਲਾਲ ਦੇ ਪੈਨਸ਼ਨ ਚੋਰੀ ਦੀ ਗੱਲ ਕਰਦੇ ਹਾਂਜੀ ਜੇ ਪੈਨਸ਼ਨ ਚੋਰੀ ਉਹਨੂੰ ਕਹਿਣਾ ਸੀ ਇਹਦੇ ਫਲਸਤੀਨੀ ਮਰਬੀ ਕੋਲ ਲੈ ਲਾ ਸ਼ਾਇਦ
اچھا عمر بھائی فلسطینی مربی دا ویٹ کو قرآن بھی آج کل چڑھے یوٹیوب تے اتری کمنٹ دا وہ میں دا لنک تانوں سینڈ کراں گا. ਅੱਛਾ کریشن بندے انہیں آخیا کہ بندے میں کہڑے بیس کی بنیاد کی جی انہوں نے اللہ نے دسیا میں کریشن مطلب اللہ نے کیوں مانتا اج کل کوئی مال کوئی دلیل ہی نہیں ہے اگوں پھر انہیں ਜਦੋਂ ਤੁਸੀਂ ਤੁਹਾਡੇ ਇਲਾਵਾ ਕੋਈ ਹੋਰ ਬੋਲਦਾ ਨਾ ਤੇ ਆਵਾਜ਼ ਗੂੰਜਦੀ ਹੈ ਰਿਪੀਟ ਹੋ ਕੇ ਆਉਂਦੀ ਕੀ ਹੋਇਆ gravemente malnutrito, è arrivato qua 4 giorni fa, l'hanno visitato dallo staff di Save the Children e ora starà qui fino a che non starà meglio. Ci vorranno 2 o 3 settimane e speriamo che vada tutto quanto bene. Quello che vedete non è un pianto di un bambino che fa i capricci, questo è purtroppo è il pianto della malnutrizione perché soffrono molto. Nessun bambino dovrebbe morire di fame da una ora. ہم ان اعتراضات کے جوابات پر مبنی پروگرام لے کر آپ کی خدمت میں حاضر ہیں. اسٹوڈیوز میں خاکسار عبدالنور عابد کے ساتھ محترم مولانا ہادی علی چودھری صاحب شامل گفتگو ہیں جو انشاءاللہ ان اعتراضات کے جواب دیں گے. حاج صاحب پروگرام میں خوش آمدید. السلام علیکم ورحمۃ اللہ. وعلیکم السلام ورحمۃ اللہ وبرکاتہ. حاج صاحب بات ہم کر رہے تھے پیش گوئی حضرت مصلح موعود رضی اللہ تعالیٰ عنہ تحت جی جس پہ چند اعتراضات کے جواب ہم نے پچھلے پروگرام میں ریکارڈ کروائے ہیں. جی مثلاً اس میں چند اعتراض تھے. مثلاً پہلے بیٹی پیدا ہو گئی اور پھر بعد میں بیٹا پیدا ہوا بعد کے حمل میں اور فوت ہو گیا. جی تو اسی کے ساتھ ملحق کا ایک اعتراض ہے جو معترض کرتے ہیں. بشیر اول کی وفات پر اللہ تعالیٰ نے کہتے ہیں کہ بشیر اول کے مسیح کے ملنے کا الہام کیا تھا اور کہتے ہیں جو کہ حضرت مرزا بشیر الدین محمود احمد صاحب جو جماعت کی دوسرے خلیفہ بنے. جی مگر وہ خود مسلم موعود نہیں تھے, یعنی کہ وہ دائرہ بشارت جو تھی مسلم موعود کی اس کے اندر نہیں تھے آتے, اور آپ کی جو حیثیت ہے وہ صرف فقط مسیح بشیر اول کی ہے. جی اس کے بارے میں کچھ ہمارے سامعین کے سامنے رکھیں. جی جزاک اللہ. بسم اللہ الرحمن الرحیم. نحمدہ و نصلی علی رسولہ الکریم وعلی عبدہ المسیح الموعود. اس میں 2 باتیں ہیں. اول تو یہ کہ مسیح ہونے کا پینچروں سے جو بڑے یہ مطلب تو نہیں تو کہنا چاہ رہے ہیں شروع کرتا ہوں پینچروں سے جو بڑے پکے آپ. ਇਹ ਗੱਲ ਸੁਣਨ ਵਾਲੀ ਜੇ ਮੁਸਲਿਮ ਮੌਦ ਵਾਲੀ ਸੁਣਨੀ ਜੇ ਤੁਸੀਂ ਪੰਚਰ ਦੇਖਣਾ ਹਾਂ ਤੁਸੀਂ ਰਿਕਾਰਡ ਕਰਕੇ ਤੇ ਉਹਦੇ ਤੇ ਜਵਾਬ ਦਿਓ ਨਾ. نہیں ہے کہ اس کی دوسری حیثیت نہیں ہو سکتی, اور مسیح ہونا بھی کوئی ایسا منصب نہیں ہے یا ایسی بات نہیں جو قابل اعتراض ہو. اور دوسرا یہ کہ حضرت مسیح موعود علیہ الصلوۃ والسلام نے کسی جگہ بشیر ثانی کو حضرت مرزا بشیر الدین محمود احمد جو بعد میں پیدا ہوئے ان کو پہلے بشیر کا مسیح قرار نہیں دیا. ٹھیک ہے. اب مسیح ہونا جس طرح حضرت موسیٰ علیہ الصلوۃ والسلام کے رسول اللہ صلی اللہ علیہ وسلم مسیح ہے. انا ارسلنا الیکم رسولا شاہدا علیکم کما ارسلنا الی فرعون رسولا. تو تو یہ تو نہیں کہ
चूँकि आप हज़रत मूसा अलैहिस्सलाम के वसील थे, इसलिए आप ख़ातमुन नबी नहीं थे, रसूल नहीं थे, नबी नहीं थे। तो वो अलग बात है, मसीह होना कोई ऐसी बात नहीं जिसको हम इशू बनाएं। हज़रत मसीह मौद अलैहिस्सलाम हज़रत ईसा अलैहिस्सलाम के मसीह थे, मगर साथ मसीह मौद भी थे, नबीउल्लाह भी थे। तो ये जो मसीह होना है ये ऐसी बात नहीं, लेकिन हज़रत मसीह ने फरमाया नहीं, इसलिए खामखा अपनी तरफ से हम इसको बयानियाँ बनाएं या इस पर अपनी बुनियाद रखें। तो ये लोग जो कहते हैं कि वो मसीह थे, इनके अपने दावे की कोई बुनियाद कोई नहीं लगती मुमासलत के हिसाब से। हज़रत मसीह मौद अलैहिस्सलाम ने जो लिखा है वो ये लिखा है कि बशीर अव्वल बशीर सानी का इरहास था। चुनांचे इसी में सबज़ इश्तिहार के हाशिए में लिखा है कि बशीर अव्वल जो फौत हो गया है बशीर सानी के लिए बतौर इरहास था, इसलिए दोनों का एक ही पेशगोई में जिक्र किया गया। इरहास थे, इरहास होता है पेश क़ैमा, आमद की खबर देने वाला। आवाज़ सही आ रही तो सारे जी ठीक आ रही, जारी करो। ये आवाज़ सही आ रही है। एक मैंने डायलॉग देने का बड़ा पसंद आ, वो जे अगर दोबारा सुना रहे होते केड़ा मिनट के पहले ये क्या जी कहते ना हजरत मुस्लिम साहब ने कहा, हजरत मुस्लिम साहब ने कहा वो आगे फिर जाके कहेगा। चलो चलन दो। मुनादी भी कहते हैं, अंग्रेजी में इसका लफ्ज़ हार्बिंजर है। तो जिस तरह हज़रत याह्या अलैहिस्सलाम हज़रत ईसा अलैहिस्सलाम के इरहास थे और सैयद अहमद शहीद बरेलवी हज़रत मसीह अलैहिस्सलाम के इरहास थे। तो ये पहले एक अल्लाह ताला फ़ज़ा कायम करता है किसी वजूद से, तो दूसरा आता है हज़रत मसीह अलैहिस्सलाम ने बशीर अव्वल को बशीर सानी के लिए इरहास करार दिया और उसके बारे में फिर लिखा भी कि उसकी वफ़ात से पहले इस साजिश को अपने इल्हामात के ज़रिए से पूरी बसीरत बख्श दी थी कि ये लड़का अपना काम कर चुका है, यानी जिस गरज के लिए उसकी पैदाइश हुई और फिर वो फौत हो गया। तो सारा मकसद ये वापस करना जरा कि मौलवी ने गल समझ आई की होया की क्या सो वापस से करिए जरा। पूरी बसीरत दे दी गई थी कि लड़का रास्ते में। अच्छा नहीं ना पुतो जिद्दे ना मरिया तो बाद कहता कि दो पेशगोइयां ने पहले पहले साजिश को अपने इल्हामात के जरिए से पूरी बसीरत बख्श दी थी कि ये लड़का अपना काम कर चुका है। अच्छा ब्रेक रखो अमर भाई जरा एक मिनट। और स्कैन भी लाया ना सामने, गाल उदी समझ आएगी। वो कहता है कि पूरी बसीरत दे। अच्छा तुसी माइक म्यूट करो ना, फिर गाल आएगी। ये स्कैन जेड़ा लाया होया एक गल मिर्जे ने पहले कीती, ए सबज इश्तिहार दा स्कैन है ना लगया। गाल सुनो ना, मैं तुम दसना हूं। मिर्जा का जानी इथे लिख रहा है कि बात डबल हो रही है। अमर भाई एक मिनट नहीं भाई, आमिर भाई तुसी अपना माइक म्यूट करा कर जो कोई और बोले, क्योंकि उधर बात डबल हो के आंदी। मिर्जा कादियानी जरा इस गल बयान की थी ना मिर्जा कादियानी दी कि मिर्जा कादियानी ये बता रहे पहले इल्हामा नाल दस तक गया ये बतौरे रास है। ये गल टोटली झूठ है। उसकी वजह के वे कि जिसले बशीर अव्वल मरिया तो उसले मिर्जा कादियानी ये गल आखी है कि पेशगोइयां दो सी, एक नहीं सी। जे कदे पहले पता सी ते गल पहले तो करनी चाहिए सी, पेशगोइयां दो सी। वही तो मैं कह रहा हूं कि पहले मिर्जे ने कितों कीती गल है, पहले कीती नहीं, मरने तो बाद आखना पे कि मनु पहले पता सी। जब बात चो कह रहा कि मैंने पहले दस दिया। बशीर अव्वल ने वफात तो बाद दिता गया सबज इश्तिहार, पहले तो नहीं है। सबज इश्तिहार जिहड़ी गल है इस गल पैदा होना सी बशीर अव्वल दी वफात तो पहले हुई उन्हीं शर्मानी दा, बाद इस तरह तो गुफत ही नहीं पड़ती। एक ना दो दूसरी गल टकरानी भी है। और जारी करो अमर भाई इसे नहीं जारी करने हैं, पर पहला मनु एक गल समझन दियो भी जेड़ा इश्तिहार लगे है सबज इश्तिहार ਉਹਨੂੰ ਜ਼ਰਾ ਗੌਰ ਨਾਲ ਪੜੋ। ਉੱਥੇ ਮਿਰਜ਼ਾ ਸਾਹਿਬ ਨੇ ਲਫ਼ਜ਼ ਕੀ ਲਿਖੇ ਨੇ, ਮੈਂ ਇਹ ਮਿਊਟ ਕਰਨਾ, ਤੁਸੀਂ ਪੜ੍ਹ ਕੇ ਸੁਣਾਓ। मेरे को इतना ब्रीफ नहीं पड़ा होता, मैं सफा नंबर 10 को दस्या मैं पढ़ ली, मैं स्क्रीनशॉट करके देख के चेक करना बढ़ दी गल। ये भी लिखना मुनासिब समझते हैं कि बशीर अहमद की मौत नागहानी तौर पर नहीं हुई, बल्कि अल्लाह जल्ला शाना ने उसकी वफ़ात से पहले इस आजिज़ को अपने इल्हामात के ज़रिया से पूरी बसीरत बख्श दी थी
کہ یہ لڑکا اپنا کام کر چکا ہے اور اب فوت ہو جاوے یہ مرن تو بعد ہی دس رہا نا مرزا قادیانی 10 مرن تو بعد ہے سب سے بعد ہے نا اس سکین تے روک دیو تے میں تانوں سکین کٹ دینا دوجا جڑی میں گل کیتی ہے نا کہ دوواں لڑکیاں لی او کتے لکھی ہے اس سبد اشتہار وچ یہ گل میرے موجود ہے ਅੱਛਾ ਗੱਲ ਇਹ ਵੇ ਕਿ ਇੱਥੇ ਨਾ ਤਾਰਕ ਚੌਹਾਨ ਸਾਹਿਬ ਦਾ ਆਉਣਾ ਬਣਦਾ ਹੈ ਕਿਤੇ ਸੱਜੇ ਖੱਬੇ ਦੇਖੋ ਕਿਤੇ ਨਜ਼ਰ ਆਉਂਦੇ ਨੇ ਪਏ ਤਾਰਕ ਚੌਹਾਨ ਸਾਹਿਬ ਦਾ ਇੱਥੇ ਆਉਣਾ ਬਣਦਾ ਹੈ ਕੀ ਪਿਆਦੇ ਨੇ ਤਾਰਕ ਚੌਹਾਨ ਸਾਹਿਬ ਆਮਰ ਭਾਈ ਕੁਛ ਦਿਨ ਪਹਿਲੇ ਤੱਕ ਉਹਨਾਂ ਨੇ ਆਪਣੀ ਜਿਹੜੀ ਨਾ ਬਰਾੜ ਲਾਈ ਹੋਈ ਸੀ ਹਾਂ ਕੀ ਆਖਦੇ ਪਏ ਸੀ ਉੱਥੇ ਨਹੀਂ ਉੱਥੇ ਕੁਝ ਵੀ ਨਹੀਂ ਆਖਣ ਡੇ ਉਸ ਜਦ ਬੈਠਾ ਹੀ ਆਪਣਾ ਉਸਮਾਨ ਡਾਰ ਭਾਈ 2 ਜਾਂ 3 ਬੰਦੇ ਸਨ ਗੱਲ ਆਈ ਜੀ ਸਮਝ ਮੈਂ ਕੀ ਪਿਆ ਕਰਨਾ ਤਾਰਕ ਚੌਹਾਨ ਸਾਹਿਬ ਵੇਖੋ ਥੱਲੇ ਲਿਸਟ 'ਚ ਹਨ ਕਿਹੜੇ ਬੈਠੇ ਮੁਸਲਿਮ ਮੌਤ ਦੇ ਮੌਜੂਦ ਤੇ ਗੱਲ ਹੋਵੇ ਹੁੰਦੇ ਤੇ ਉਹਨਾਂ ਰਾਤੀ ਆਏ ਨੇ ਕੋਈ ਹੈ ਮਤਲਬ ਹੁੰਦੇ ਤਾਂ ਰਾਤੀ ਆਏ ਨੇ ਕੀ ਜਿਹੜਾ ਮੂੰਹ ਚੱਲ ਰਿਹਾ ठीक यानी जिस गर्ज के लिए उसकी पैदाइश हुई और फिर वो फौत हो गया वो सारा मकसद ये मालूम होता है कि एक गम और अफसोस का पहलू तो था मगर उससे दूसरे बशीर की आमद के लिए तवज्जो हो गई लोगों को इतराज़ हुए इशू उठाए गए हज़रत मसीह अस्सलाम ने उनका जवाब दिया तो आपने फरमाया का अपना काम कर चुका है यानी दूसरे जो असल बच्चा पैदा होना है जो मुस्लिम मौत का मिस्ताक होगा उसके लिए वो इरहास था वो मुनादी करने के लिए आया था करके चला गया तो इस लिहाज से ये जो मुनासबत वाला उसकी बात नहीं इरहास का बयान करते जो मसला लिखा है तो इससे हाजी साहब एक और बात पता लगती है कि हुजूर ने कितने 90 तोले अल्फाज यहाँ पे इस्तेमाल किए हैं जी जी और इसको अगर कोई थोड़ा सा भी समझना चाहे तो इन्हीं में बातें यही बात होती है नबी जो होता है उसके कलाम में चेक करो क्यों अमर भाई ਇਹਨਾਂ ਜਾਹਲਾਂ ਦਜਾਲਾਂ ਦੀਆਂ ਲਫ਼ਾਜ਼ੀਆਂ ਚੈੱਕ ਕਰੋ ਜਿੱਥੇ ਉਹਦਾ ਦਜਲ ਤੇ ਫਰੇਬ ਜਿਹੜਾ ਹੁੰਦਾ ਤੇ ਇੰਜ ਲਫ਼ਾਜ਼ੀ ਕਰਦੇ इससे ये भी एक नुकसान करता है इससे ये भी बात निकलती है इसलिए ये इस बात पे भी जरा गौर करें हमारे सामने बैठ किस दिन करो ना गौर ਹਾਂਜੀ ਹਾਂਜੀ ਮੈਂ ਪਿਆ ਕਹਿੰਦਾ ਤਾਰਕ ਚੌਹਾਨ ਸਾਹਿਬ ਬੈਠੇ ਨੇ ਅਵੈਸ ਦੀ ਬਰਾੜ ਤੇ ਉਹਨਾਂ ਨੂੰ ਸ਼ੇਅਰ ਕਰੀਏ ਜਾਂ ਬੁਲਾ ਕੇ ਕੋਈ ਬੰਦਾ ਲਿਆਉਂਦਾ ਹੈ ਮੈਂ ਲਿਆਂਦਾ ਅਮਰ ਕਿਉਂਕਿ ਉਹ ਗੱਲ ਸੁਣਨ ਦੇ ਤੇ ਗੱਲ ਤੇ ਕੋਈ ਤਬਸਰਾ ਵੀ ਕਰਨ ਦੇ ਨਾ ਉਹਨਾਂ ਦਾ ਤੇ ਤਲਕ ਹੈ ਨਾ ਇਹਦੇ ਨਾਲ ਗੱਲ ਨਾਲ ਮੈਂ ਬੁਲਾਉਣਾ ਲੈ ਅਮਰ ਭਾਈ ਆਓ ਹੁਣ ਆਖੋ ਤੁਹਾਡੇ ਮੌਜੂ ਦੀ ਗੱਲ ਹੋਣ ਲੱਗੀ ਹੈ ਤੇ ਇੱਧਰ ਆਓ ਜ਼ਰਾ ਮੈਦਾਨ 'ਚ ਇਹ ਮੇਰੇ ਆਵਾਜ਼ ਵਾਲੀ ਬੜੀ ਪ੍ਰੋਬਲਮ ਆਉਂਦੀ ਆਵਾਜ਼ ਬੜੀ ਡਬਲ ਆਉਂਦੀ ਹੈ ਇਹ ਬੜਾ ਮਸਲਾ ਹੈ ਅਗਰ ਭਾਈ ਇੱਕ ਵਾਇਸ ਦੇ ਵਿੱਚ ਜਾ ਕੇ ਤੇ ਜਨ ਚੈੱਕ ਕਰੋ ਇਹ ਬਹੁਤ ਵੱਡੇ ਨੇ ਨਾ ਤੇ ਉਹ ਜਦੋਂ ਰਹਿਣ ਜਾਂਦੀ ਹੈ ਤੇ ਗੂੰਜ ਕੇ ਵਾਪਸ ਆਉਂਦੀ ਹੈ ਤੁਸੀਂ ਜਾ ਕੇ ਗੱਲ ਕਰਦੇ ਹੁਣ ਕੋ ਬਿਹਤਰ ਹੋਈਏ ਨਹੀਂ ਨਹੀਂ ਉਹ ਆ ਲਈਏ ਮਨਵਾ ਲੈ ਤੁਸੀਂ ਮਿਊਟ ਕਰਨਾ ਤਾਂ ਹੀ ਮਤਲਬ ਮੈਂ ਗੱਲ ਕਰਨਾ ਤੁਸੀਂ ਮਿਊਟ ਕਰ ਦਿਓ ਤਾਂ ਮਸਲਾ ਬਣਦਾ ਹਾਂ ਹਾਂ ਹੁਣ ਵੇਖੋ ਕੋਈ ਫਰਕ ਪਿਆ ਹੈਲੋ ਹਾਂ ਠੀਕ ਹੈ ਹਾਂਜੀ ਹੁਣ ਠੀਕ ਹੈ ਮੇਰੇ ਖਿਆਲ ਤੁਸੀਂ ਹੰਡ ਵੀ ਲਾਲ ਛੱਡੀ ਹੈ ਹੰਡ ਵੀ ਲਾਲ ਛੱਡੀ ਜੀ ਨਹੀਂ ਹੁਣ ਬਿਹਤਰ ਹੈ ਹਾਂਜੀ आमिर भाई ਹੁਣ है सही लेकिन थोड़ी है
नहीं बिल्कुल बिल्कुल मामूली यार की किज्जत रही मामूली जी है ना आज मामूली रामर भाई की आवाज ही कोनी आंदी पई यार आ रही है सानू आ रही है तानू पता नहीं क्यों नहीं आ रही हां मन तो कोनी यार थोड़ी मशीन कन्ना लिया ला लियो आ रही है लेकिन थोड़ी पहले ना खुदा लोम काना में निंदे गैर अल्लाह वजद फी इख्तिलाफन कसीरा ये कुरान करीम के बारे में खास है। तो ये पेश गोई अल्लाह ताला की तरफ से बड़ी अजमत की पेश गोई थी, गैर मामूली पेश गोई है, इसके नज़ीर दुनिया में नहीं मिलती, ऐसी अजीम शान पेश गोई। तो बिल्कुल ठीक साडी गल एहो जी ये जो लिखा है मैं ठीक है पेशगोई दी नज़ीर पूरी दुनिया ते किधरे नहीं मिल सकती, ए गल मैं बिल्कुल इत्ते मुतफिक हां। जाल ने बशीर सानी के बारे में या बशीर अव्वल के बारे में या पूरी जो पेश गोई है दो बच्चों के बारे में है, दोनों की जो इकट्ठी पेश गोई है उसमें तेरे तुखम से, तेरी ज़ुर्रियत से, तेरी नस्ल से होगा। और फिर आगे जाके फर्जंद अर्जुमंद दिलबंद ग्रामी अर्जुमंद है। तो ये जो है ना हज़रत मसीह मौऊद अलैहिस्सलाम की औलाद से बाहर वो है मिर्ज़े दा तैनूं इलाम नहीं पढ़ना आंदा फर्जंद दिलबंद ग्रामी अर्जुमंद नहीं जो अपने नबी दे तानू नहीं इलाम पढ़ने आंदे पता नहीं किसका दिल बंद कर देता दोबारा सुनना नस्ल से होगा। और फिर आगे जाके फर्जंद अर्जुमंद दिलबंद ग्रामी अर्जुमंद है। ये जो है ना मुहम्मद की औलाद से बाहर वो है नहीं, माया और जोरदार अल्फाज है, तेरे ही तुखम से, तेरी ही ज़ुर्रियत से, तेरी नस्ल से। तो किसी दूसरे में ये पेशगोई का पूरा होना ढूंढना ये तहसील ला हासिल यानी ऐसा काम करना है जो ला हासिल है, उसका कोई नतीजा नहीं निकलता। अब देखें कि ये जो बात है कि कोई और आएगा, वो मसीह था, वो उस पर पेशगोई चस्पा नहीं होती, कोई और आएगा। हज़रत मसीह सल्लम क्या फरमाते हैं? हज़रत मसीह सल्लम फरमाते हैं कि मेरी औलाद में से ही है। और ये देखें हुजूर की यही कहाँ फरमाते हैं, ये कहाँ फरमाया उन्होंने? चलो जिथे भी फरमाया, लेकिन इन्हां दा स्टाइल चेक करो, हज़रत मुस्लिम साम फरमाते हैं, मुस्लिम साम फरमाते हैं। भाई मेरा शुरू तो सुनाना चाहिए। और कहाँ फरमाया है कि मेरी ज़ुर्रियत मेरी नस्ल में से होगा? कहाँ फरमाया? सारा झूठ। वो कापी इल्हामात में फरमाया है जो कादियान के कुतुब खाने में पड़ी हुई है। मतलब उसमें तो ये है कि एक वजी और पाक लड़का तुझे दिया जाएगा, एक ज़की गुलाम तुझे मिलेगा। वो लड़का तेरी तुखम और ज़रूरत और नस्ल होगा। उसके ज़की गुलाम के मतलब तो बताया ही नहीं कि वो हुजूर का ये क्या आप सुन रहे हैं? मुझे सुन हाँ जी, वो कहते सो तुझे बशारत हो कि एक वजी और पाक लड़का तुझे दिया जाएगा, एक ज़की गुलाम तुझे मिलेगा। और फिर आगे वो लिखा है वो लड़का यानी वजी और पाक लड़के के मतलब पहले बात हुई ना, वो लड़का तेरी तुखम से, तेरी ज़ुर्रियत और नस्ल होगा। खूबसूरत पाक लड़का तुम्हारा मेहमान आता है, उसका नाम अनवाइल और बशीर भी है, उसको मुकद्दस रूह दी गई है, वो रिज से पाक है। तो मिर्ज़ा साहब ने इसी के मतलब लिखा कि वो वजी और पाक लड़का जो ज़ुर्रियत और तुखम और नस्ल से होना था, वो बशीर अव्वल था जो मेहमान के तौर पर आया। तो वो तो आया और फौत हो गया। ज़की गुलाम के मतलब ये कहीं लिखा ही नहीं हुआ कि वो ज़ुर्रियत और नस्ल होगा। और फिर ये कि बशीरुद्दीन महमूद साहब पैदा हुए तो मिर्ज़ा साहब ने कहा कि अभी तक मुझे ये खबर ही नहीं दी गई कि यही वो बच्चा है कि नहीं, जब मुझे इतला दी जाएगी फिर मैं बताऊंगा। तो वो इतला कभी भी नहीं दी गई। चौथा बेटा मिर्ज़ा मुबारक पैदा हुआ तो मिर्ज़ा साहब ने ढोल बजा के कह दिया ये 20 फरवरी 1886 की पेशगोई के मुताबिक है और 3 को 4 करने वाला है, और साबित भी किया कि किस तरीके से 3 को 4 करने वाला है। वो भी फौत हो गया। तो उसके बाद तो कोई उनका बेटा पैदा हुआ ही नहीं। तो अगर मिर्ज़ा बशीरुद्दीन महमूद साहब ही उनके बच्चे थे पिछले मऊद, तो फिर मिर्ज़ा मुबारक को उन्होंने क्यों ढोल बजा के कह दिया?
اور پھر 1908 میں مرزا بشیر الدین محمود نے کو کہہ دیا کہ ہم تینوں بھائیوں میں سے کوئی نہیں ہے، آئندہ کسی نسل میں پیرا ہوگا۔ انوار العلوم جلد اول، انہوں نے یہ وہاں پہ مضمون لکھا یہ کہ آئندہ کبھی پیدا ہوگا۔ تو نہ مرزا محمود کو پتہ چلا، نہ ساری جماعت کو پتہ چلا 1908 تک کہ وہ مرزا محمود ہی وہ پسر موت تھا۔ اس مضمون کا نام ہے صادقوں کی روشنی کو کون دور کر سکتا، انوار العلوم جلد اول۔ تو مرزا صاحب 1908 تک جب وہ وفات پا گئے، کوئی بچہ پسر موت ان کے پاس پیدا نہیں ہوا ان کے گھر میں، اور اس بات کو مرزا محمود نے تصدیق کی ہے کہ کوئی بچہ نہیں تھا ان میں سے، آئندہ کبھی پیدا ہوگا۔ تو یہ جھوٹ بول رہا ہے یہ جو ہے مربی، مربیوں کو کام ہی جھوٹ بول رہے۔ ہادی علی چودھری جو ہے نا، یہ تو انتہائی جھوٹا انسان ہے، اس کو بھی سمجھ نہیں سکتے۔ حضور نے فرمایا خدا تعالیٰ کی انزال رحمت اور روحانی برکت کے بخشنے کے لیے بڑے عظیم الشان دو طریقے ہیں۔ ایک ہے وہ کہ اول یہ کہ کوئی مصیبت اور غم و اندو نازل کر کے صبر کرنے والوں پر بخشش اور رحمت کے دروازے کھولے۔ تو یہ بشیر اول کی وفات جو تھی اور اس کے ذریعے جو پھر یا اس کی وجہ سے جو اعتراض ہوئے وہ مومنوں کے لیے دکھ کا باعث تھے، تو اس پہ اللہ تعالیٰ نے ان کو صبر بھی عطا کیا، تو یہ ایک رحمت کا موجب بن گیا وہ بچہ۔ فرمایا دوسرا طریق انزال رحمت کا ارسال مرسلین و نبیین و ائمہ و اولیاء و خلفاء ہے۔ یہ دوسرا طریق تا ان کی اقتداء و ہدایت سے لوگ راہ راست پر آ جائیں اور ان کے نمونے پر اپنے تئیں بنا کر نجات پا جائیں۔ اب دیکھیں یہ دوسرا انزال رحمت، لیکن حضرت مسیح علیہ السلام کے ساتھ خدا تعالیٰ کا کیا سلوک تھا؟ پہلے بھی ان کے بچے کے ذریعہ سے یہ ایک جز پورا ہوا۔ دوسرا فرمایا سو خدا تعالیٰ نے چاہا کہ اس عاجز کی اولاد کے ذریعہ، ٹھیک، تیسرا کوئی نہیں ہے۔ حضرت مسیح علیہ السلام اور یعنی پہلا بشیر اور دوسرا جو بھی ہے نا اولاد سے، اس عاجز کی اولاد کے ذریعہ سے یہ دونوں شک ظہور میں آ جائیں۔ پس اول اس نے قسم اول کے انزال رحمت کے لیے بشیر کو بھیجا، یعنی بشیر اول، تا بشر الصابرین کا سامان مومنوں کے لیے تیار کر کے اپنی بشریت کا مفہوم پورا کرے، یعنی بشیر آ کر، ٹھیک ہے۔ اس کے بعد تفصیل ہے تھوڑی سی، پھر فرمایا دوسری قسم رحمت کی جو ابھی ہم نے بیان کی ہے، اس کی تکمیل کے لیے خدا تعالیٰ دوسرا بشیر بھیجے گا، ٹھیک، وہ پیش گوئی میں بھی ہے اور دوسری خبریں بھی اللہ تعالیٰ نے حضرت مسیح صلی اللہ علیہ وسلم کو دی۔ حضرت مسیح صلی اللہ علیہ وسلم نے اس میں یہ جو ہے تقریر حقانی، جس کو سبز اشتہار بھی کہتے ہیں، اس میں یہ سارے تفصیل سے بیان کیا۔ تو خدا تعالیٰ دوسرا بشیر بھیجے گا، جیسا کہ بشیر اول کی موت سے پہلے 10 جولائی 1888 کے اشتہار میں اس کے بارے میں پیشگوئی کی گئی ہے۔ اور خدا تعالیٰ نے اس عاجز پر ظاہر کیا کہ ایک دوسرا بشیر تمہیں دیا جائے گا، یہ کوئی اور نہیں ہے، دوسرا بشیر بھی حضرت مسیح موعود علیہ السلام کی اولاد میں سے، جس کا نام محمود ہے، محمود بھی ہے۔ وہ اپنے کاموں میں اولو العزم ہوگا، یخلق اللہ ما یشاء، اللہ جو چاہتا ہے پیدا کرتا، تخلیق کرتا۔ اور خدا تعالیٰ نے دیکھیں اب آ گئے، خدا تعالیٰ نے مجھ پر یہ بھی ظاہر کیا کہ 20 فروری 1886 کی پیشگوئی مسلم موعود، بڑی جامع پیشگوئی ہے، ہم پڑھ کے سنا چکے ہیں، حقیقت میں 2 سعید لڑکوں کے پیدا ہونے پر مشتمل تھی۔ 2 پر حصر ہو گیا ہے، 2 سعید لڑکوں پہ تھی، لیکن جب مرزا بشیر الدین محمود صاحب پیدا ہوئے تو مرزا صاحب نے اشتہار میں کیا لکھا؟ لکھتے ہیں خدائے عزوجل نے جیسا کہ اشتہار 10 جولائی 1888 اور اشتہار 1 دسمبر 88 میں مندرج ہے کہ اپنے لطف و کرم سے وعدہ دیا تھا کہ بشیر اول کی وفات کے بعد ایک دوسرا بشیر تجھے دیا جائے گا جس کا نام محمود بھی ہوگا،
اور اس عاجز کو مخاطب کر کے فرمایا تھا کہ وہ اولو العزم ہوگا اور حسن و احسان میں تیرا نذیر ہوگا، وہ قادر ہے جس طور سے چاہتا ہے پیدا کرتا ہے۔ سو آج 12 جنوری 1889 میں مطابق 9 جمادی الاول 1306 ہجری روز شنبہ میں اس عاجز کے گھر میں بفضل تعالیٰ ایک لڑکا پیدا ہو گیا ہے جس کا نام بالفعل محض تفاول کے طور پر بشیر اور محبود بھی رکھا گیا ہے، اور کامل انکشاف کے بعد پھر اطلاع دی جائے گی، مگر ابھی تک مجھ پر یہ نہیں کھلا کہ یہی لڑکا مسلم موعود اور عمر پانے والا ہے یا وہ کوئی اور ہے، لیکن میں جانتا ہوں اور محکم یقین سے جانتا ہوں کہ خدا تعالیٰ اپنے وعدہ کے موافق مجھ سے معاملہ کرے گا، اور اگر ابھی اس موعود لڑکے کے پیدا ہونے کا وقت نہیں آیا تو دوسرے وقت میں وہ ظہور پذیر ہوگا، اور اگر مدت مقررہ سے ایک دن بھی باقی رہ جائے گا تو خدا عز و جل اس دن کو ختم نہیں کرے گا جب تک اپنے وعدہ کو پورا نہ کرے۔ مجھے ایک خواب میں اس مسلم موعود کی نسبت زبان پر یہ شعر جاری ہوا، اے فخر رسل قرب تو معلوم شد، دیر آمدہی ذراہ دور آمدہی۔ یہ انہوں نے لکھا ہے 12 جنوری 1889 کو اشتہار تکمیل تبلیغ میں انہوں نے یہ بتایا۔ تو مرزا صاحب نے مرزا بشیر الدین محمود کو پسر موعود نہیں کہا، بلکہ محض تفاول کے طور پر، نیک شگون کے طور پر اس کا نام بشیر و محمود رکھا، اور کہا کہ جب خدا کی طرف سے کامل انکشاف ہوگا تو اطلاع دی جائے گی۔ وہ کامل انکشاف کبھی ہوا ہی نہیں، اور یہاں تک کہ مرزا مبارک جو تھا اس کے پیدا ہونے کا وقت آ گیا تو انہوں نے کہا یہ ہے 20 فروری 1886 کے مطابق، اور پھر انہوں نے باقاعدہ اس کے متعلق ثابت بھی کیا کہ یہ جو ہے وہ اس کے مطابق ہے، جیسے اس کرے گا۔ اس وقت ان 3 لڑکوں کا جو اب موجود ہے نام و نشان نہ تھا، اور اس الہام کے معنی یہ تھے کہ 3 لڑکے ہوں گے، پھر ایک اور ہوگا جو 3 کو 4 کر دے گا۔ سو ایک بڑا حصہ اس کا پورا ہو گیا۔ خدا نے 3 لڑکے مجھ کو اس نکاح سے عطا کیے جو تینوں موجود ہیں، یعنی مرزا محمود، مرزا بشیر اور مرزا شریف تینوں موجود تھے۔ آگے لکھتے ہیں صرف ایک کی انتظار موعود میں لکھا تھا کہ وہ 3 کو 4 کرنے والا ہوگا، تو وہ کہتے ہیں 3 کو 4 کرنے والے کا بھی انتظار ہے۔ زمیمہ رسالہ انجام اتم روحانی خزائن جلد 11 صفحہ 299۔ اور یہ جو کتاب ہے انجام اتم، یہ 27 اگست 1996 کو لکھی گئی اور جنوری 1997 کو یہ چھاپی گئی۔ تو اس وقت اس پیش گوئی کو کتنے 11 سال گزر چکے تھے، یعنی وہ 9 سال کی مدت بھی ختم ہو چکی تھی جو کہہ رہے تھے کہ 9 سال کے اندر اندر پیدا ہونا ہے۔ اس وقت مرزا صاحب کہہ رہے ہیں کہ جی وہ چوتھا لڑکا بھی پیدا ہونا ہے جو 3 کو 4 کرنے والا ہوگا۔ تو جب پیدا ہو گیا تو انہوں نے کہا یہ میرا چوتھا لڑکا مبارک احمد ہے، اس کی نسبت پیش گوئی اشتہار 20 فروری 1886 میں کی گئی، روحانی خزائن جلد 15 صفحہ 221۔ جی ابھی تو وہ ہادی علی چودھری جو ہے نا وہ سبز اشتہار پر ہے کہ سبز اشتہار کے بعد مرزا صاحب کو یہ 1 کی بجائے 2 بچے کرنے پڑے پیدا، 1 کو 2 بنانے پڑے، کیونکہ پہلا بچہ فوت ہو گیا تھا جو مہمان کے طور پر آیا تھا بشیر اول۔ اس کو ذرا سن لیں نا جی تو پھر آگے بڑھتے ہیں انشاءاللہ۔ عامر بھائی اگر آپ بول رہے ہیں تو ہمیں آپ کی آواز نہیں آ رہی۔ ہاں بہت آواز آ رہی ہے، بہت آستہ۔ اگر میں اپنے مائک کو اونچا کروں نا تو پھر وہی باز گشت ہوگی۔ آپ اپنا مائک اونچا کریں، ہم سب میوٹ کریں گے نا پھر آواز صحیح آئے گی۔ جب ایک وقت میں ایک مائک آن ہوگا نا تو پھر آواز صحیح آتی ہے۔ طارق چوہان صاحب ایک سوال ہے یہاں پر، یہ جو اس نے عبارت پڑھی ہے سبز اشتہار کی روحانی خزائن صفحہ 463 کی حاشیے میں کہ یہ پیشگوئی 2 شہید لڑکوں پر مشتمل تھی، یہ بات مرزا صاحب پر بشیر اول کی وفات کے بعد یہاں ہوئی تھی یا پہلے یہاں تھی؟ بعد میں آیا ہوئی تھی، بعد میں یہاں ہوئی تھی، کیونکہ بشیر اول کے متعلق تو انہوں نے کہہ دیا وہ سعید مولود وہ پورا ہو گیا، یعنی انہوں نے یہی سمجھا وہی پسر موعود ہے پہلا بشیر اول۔ ٹھیک ہو گیا، یہ ان کی وفات کے بعد مرزا صاحب پر یہاں ہوئی تھی۔ جی مرزا صاحب کہتے ہیں مجھے پہلے علامات میں بتا دیا گیا تھا۔
कहाँ कहते हैं? 1 मिनट में बताता हूँ उसके बारे में। ठीक। अब आवाज ठीक है मेरी? गाजी तारक साहब आज मौलवी के नाते ने ਤੁਹਾਡੇ को रजू करा लेना। ठीक है। नहीं देखें, असल बात ये कि मिर्जाई मुरब्बी कितना झूठ बोलते हैं। ये 463 सफा पर लिखी हुई है ना 2 शहीद लड़कों की, इस पर आपने कहा है कि ये वफात के बाद या थी 462 के हाशिए से ऊपर की लाने पड़े, तो मिर्जा साहब अपने लामे से ऊपर लेके आ रहे हैं कि मुझे पहले बता दिया गया था। बता दिया गया तो समझे तो नहीं ना, वरना बशीर अव्वल को क्यों कहते कि वही है मौलूद, सईद मौलूद। ये बात मिर्जा साहब कहते हैं मुझे पहले बता दी गई थी, लेकिन मिर्जा साहब को इल्हामात की समझ नहीं, आप ये कहना चाहते हैं? जी जी। अच्छा चलो वो मैं चेक कर लेता हूँ, वो मिर्जा साहब ने क्योंकि अगर समझ आ गई होती तो फिर बशीर अव्वल को क्यों कहते कि वही है वो, फिर उन्होंने बाद में माना भी कि हाँ मैं वो समझा था, वो मेरी सादी गलती थी। अब प्ले करें बाकी सब वीडियो का? नहीं चौहान साहब नहीं, आपकी तशरीह गलत है। मिर्जा साहब कहते हैं कि बशीर अव्वल की मौत नाज्ञानी नहीं थी, क्योंकि इससे पहले अल्लाह ताला ने इल्हामात के जरिए पूरी बसीरत अता कर दी थी। अब बताएं, अगर बसीरत अता कर दी थी तो बशीर अव्वल के मुतालिक उन्होंने फिर क्यों कहा कि ये वही है नौमलूद? ये तो मिर्जा साहब से पूछे ना, मुझसे ये सवाल नहीं बनता। लेकिन वो आपकी, यही मैं कह रहा हूँ, इल्हाम उनको हो गया था लेकिन वो उसको समझे नहीं थे, बाद में समझ बसीरत फिर कैसे अता कर दी थी? बसीरत अता हो गई थी तो फिर समझने की कौन सा फर्क रह गया? पूरी बसीरत पढ़े, 12 तरह जाके पढ़े, सफा 262 के हाशिए से ऊपर की बात है। ठीक है मैं पढ़ता हूँ। प्ले करूं मैं? हाँ जी करें। मसूर कर दिया है इस तादाद को 2 पर, और वो हजरत मसीह अस्सलाम की औलाद में से। अमर भाई जरा प्ले ना करेंगे, थोड़ा सा मामला जो उठा हुआ है इसको हल होने देना। मसला खड़ा हो गया। ये 2 बातों में जो ये क्या कह रहे हैं? हसूर कर दिया है? हसर कर दिया। हसूर क्या है? नहीं हसर में हसर का क्या मानी होता है? वापस करो माड़ा जा। असर ਹੁੰਦਾ ਹੈ ਜ਼ੋਰ ਦੇਣਾ ਕਿਸੇ ਗੱਲ ਦੇ ਉੱਤੇ, ਉਹਨੂੰ ਫਿਕਸ ਕਰ ਦੇਣਾ, पक्का कर देना, मुकय्यद कर देना। पढ़ के सुना चुके हैं। हकीकत में 2 शहीद लड़कों के पैदा होने पर मुश्तमिल थी, 2 पर हसर हो गया है, महसूर कर दिया है इस तादाद को 2। महसूर कर दिया। महसूर क्या है? मैं समझे शायद हसूर कह रहे। महसूर यानी कि महदूद कर देता है उस चीज से। हाँ ठीक है, मैं अंदर कर देता है की औलाद में से। पेश कोई मुस्लिम मौत का मिस्दाक इन 2 बच्चों के अलावा और कोई नहीं है। हाँ, ये अपनी तरफ से साबित करती है। अगर ये साबित करती है तो फिर मिर्जा साहब ने नौज बिल्ला झूठ बोला, मिर्जा मुबारक को 3 को 4 करने वाला कह दिया, और ये भी कह दिया इससे पहले तो 3 मौजूद ही नहीं थे जब बशीर अव्वल पैदा हुआ था, उससे पहले तो 3 मौजूद ही नहीं थे, वो 3 को 4 करने वाला कैसे हो सकता था? तराकुल कुलूब में मिर्जा साहब से सवाल हुआ था कि वो लड़का किधर है, बशीर अव्वल की वफात पर जिक्र करके ना वो उसका जवाब दे रहे थे तराकुल कुलूब में, कि लोगों को बता रहे थे कि ये बातें उसमें मौजूद नहीं थी, वो चीजें बता रहे थे जिनका मुस्लिम मौद में होना जरूरी था। उन्होंने कहा था कि बशीर अव्वल के वक्त कौन से 3 मौजूद थे? अगर बिल्कुल मुस्लिम मौद वो लड़का था जिसकी पैदाश के वक्त 3 लड़के जिंदा मौजूद होने थे। ये बात मिर्जा साहब साबित कर रहे थे, तराकुल कुलूब का वाला है ये। हाँ जी बिल्कुल ऐसे ही है। और फिर वो चौथे को इसी वजह से वो कह रहे हैं ना कि वो चौथा लड़का, स्टेरियल साहब का सवाल ले लो, स्टेरियल साहब का सवाल ले लो जी। ठीक है जी, स्टेरियल साहब करो सवाल। स्टेरियल साहब चलो फिर कर लेना। ठीक तुम्हें दिया जाएगा, एक तो एक मिनट ठहरे आ जाता है, लेकिन ये एक मिनट ठहरे, ये देखें वो कह रहे मेरा चौथा लड़का जिसका नाम मुबारक अहमद है, उसकी निस्बत पेश कोई इश्तहार 20 फरवरी 1886 में की गई। कब की गई?
20 फरवरी 1886 में की गई और फिर अंजाम आथम के सफ़ा 183 में बतारीख 14 दिसंबर 1896